ताकि जिहड़ा ना वो असीं सारे रल के कोई इस तरह की स्ट्रैटजी बना लईए ना कि जिहदे नाल जिहड़ा ना वो सारिआं दा भला हो जावे। ते इस भला करन वास्ते जेह्ड़ा बंदा भी त्यार है वो सारे इस ग्रुप दे विच आ जाओ, ठीक है। नहीं तो मिनीमम ये कर सकते हो कि यार जिहड़ा ना वो मेरे चैनल नूं जिहड़ा ना क्रिटिसाइज करना शुरू कर दिओ। चलो वेखोगे तो क्रिटिसाइज करोगे ना, ठीक है। तो जदों वेखोगे तो तुहानूं पता लगेगा कि मेरे चैनल दे अंदर कोई आवाज़ सही नहीं आण डई या जिहड़ा ना वो तस्वीरां हिलदियां ने पईयां, कोई ओहदा सलूशन करिए फिर। लो जी दोस्तों, अस्सलाम वालेकुम वरहमतुल्लाहि वबरकातुहू। मैं मोहम्मद आसिफ जज्जा हूँ और यही मेरे चैनल का नाम है, मोहम्मद आसिफ जज्जा। ते अज तुहाडे नाल मैं गल करनी है मोटी-मोटी दो लफ्ज़ी। ते मैं आख्या चलो अज जिहड़ा ना ओह अपनी मादरी ज़बान दे विच गल करने आं, शायद लोकां नूं समझ आ जावे और लोकी जिहड़ा ना इस पास्से टुर पए। पहली गल ते एह कि मैं तजर्बा करना वां पिया कि डायरैक्ट जिहड़ा ना ओह वीडियो गुरु एक एडिटिंग ऐप है, ਉਹਦੇ ਉੱਤੇ ਮੈਂ ਡਾਇਰੈਕਟ ਰਿਕਾਰਡ ਕਰਨ ਡਿਆ ਵਾਂ ਆਪਣੀ ਵੀਡੀਓ ਨੂੰ। ਉੱਥੇ ਫਿਰ ਵੇਖ ਲਾਂਗੇ ਕਿ ਉਹ ਅੱਗੇ ਉਹ ਕਿਸ ਤਰੀਕੇ ਨਾਲ ਜਿਹੜਾ ਨਾ ਉਹਨੂੰ ਐਡਿਟ ਕਰਦੀ ਹੈ। ਤੇ ਜਿਹੜੀ ਮੋਟੀ ਗੱਲ ਕਰਨੀ ਹੈ ਨਾ, ਉਹ ਮੋਟੀ ਗੱਲ ਸੁਣੋ ਤੇ ਸੋਹਣਿਓ ਇਹ ਵੇ ਕਿ ਮੇਰਾ ਚੈਨਲ ਹੋ ਗਿਆ ਡੈਡ। ਡੈਡ ਕਿਸ ਸੈਂਸ ਦੇ ਵਿੱਚ ਹੋ ਗਿਆ ਕਿ 131 ਇਹਦੇ ਤੇ ਸਬਸਕ੍ਰਾਈਬਰ ਆਏ ਨੇ, 131। ਔਰ ਉਸ ਤੋਂ ਬਾਅਦ 32ਵਾਂ ਸਬਸਕ੍ਰਾਈਬਰ ਮਤਲਬ ਕਿ 30 ਤੇ 31 ਸਬਸਕ੍ਰਾਈਬਰ ਜਿਹੜਾ ਨਾ ਉਹ ਤਕਰੀਬਨ 4-5 ਦਿਨਾਂ ਦੇ ਵਿੱਚ ਆਏ ਨੇ। ਤੇ ਕੋਈ ਲੋਕਾਂ ਨੇ ਵੇਖਣਾ ਇਹਨੂੰ ਛੱਡ ਦਿੱਤਾ ਹੈ ਜਾਂ YouTube ਜਿਹੜਾ ਨਾ ਅੱਗੇ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ ਪਿਆ। ਤੇ ਇਹ ਪ੍ਰੋਬਲਮ ਜਿਹੜਾ ਨਾ ਉਹ ਸਿਰਫ ਮੇਰੇ ਨਾਲ ਨਹੀਂ ਜੇ, ਇਹ ਤਾਂ ਸਾਰਿਆਂ ਉਹਨਾਂ ਯੂਟਿਊਬਰਾਂ ਨਾਲ ਹੈ ਜਿਨ੍ਹਾਂ ਨੇ ਵੀਡੀਓ ਚੈਨਲ ਬਣਾਏ ਨੇ ਹੁਣ, ਔਰ ਉਹਨਾਂ ਚੈਨਲ ਦੇ ਉੱਤੇ ਜਿਹੜਾ ਨਾ ਉਹ ਅੱਗੋਂ YouTube ਖੇਡਣ ਡਿਆ ਹੈ, ਠੀਕ ਹੈ। ਉਹ ਮੈਂ ਵੀਡੀਓ ਮੇਰੀ ਕੋਈ ਵੇਖੋਗੇ ਨਾ ਤੇ ਉਹਦੇ ਉੱਤੇ ਇਸ ਟਾਈਮ ਜਿਹੜਾ ਨਾ ਉਹ ਤਕਰੀਬਨ ਇੱਕ ਵੀਡੀਓ ਜਿਹੜੀ 12-14 ਮਿੰਟ ਦੀ ਉਹਦੇ ਤੇ 6 ਐਡ ਚੱਲਣ ਡਏ ਆ, ਠੀਕ। ਔਰ ਉਹ ਐਡ ਜਿਹੜਾ ਨਾ ਉਹ ਲੋਕੀ ਵੇਖਦੇ ਨੇ ਪਏ, ਠੀਕ ਹੈ। ਜਿਹੜਾ ਵੀ ਉਹਨੂੰ ਕੋਈ ਵੇਖਦਾ ਪਿਆ, ਠੀਕ ਹੈ, ਤਕਰੀਬਨ ਜਿਹੜਾ ਨਾ ਉਹ ਕੋਈ 40-50-100 ਜਿਹੜਾ ਨਾ ਉਹ ਉਹਦੇ ਤੇ ਵਿਊਜ਼ ਆ ਜਾਂਦੇ ਨੇ ਮੇਰੀ ਕਿਸੇ ਵੀ ਵੀਡੀਓ ਦੇ ਉੱਤੇ। ਤੇ 1 ਜੁਲਾਈ 2025 ਨੂੰ ਮੈਂ ਇਹਦੇ ਤੇ ਪਹਿਲੀ ਵੀਡੀਓ ਪਾਈ ਸੀ ਔਰ ਉਹ ਵੀਡੀਓ ਦੇ ਉੱਤੇ ਹਜੇ ਤੱਕ ਜਿਹੜਾ ਨਾ ਮੇਰੇ ਖਿਆਲ 'ਚ ਕੋਈ 200-250 ਵਿਊਜ਼ ਹੋਣੇ ਨੇ। ਤੇ ਕੁਛ ਵੀਡੀਓਜ਼ ਐਸੀਆਂ ਹੈ ਨੇ ਜਿਹਦੇ ਉੱਤੇ ਜਿਹੜਾ ਨਾ 700-800 ਤੱਕ ਵਿਊਜ਼ ਚਲੇ ਗਏ ਨੇ, ਲੇਕਿਨ ਜ਼ਿਆਦਾ ਜਿਹੜਾ ਨਾ ਉਹ ਇਸੇ ਰੇਂਜ ਦੇ ਵਿੱਚ 100-200 ਦੀ ਰੇਂਜ ਦੇ ਵਿੱਚ ਆ ਕੇ ਤੇ ਵੀਡੀਓ ਦੇ ਉੱਤੇ ਜਿਹੜਾ ਨਾ ਉਹ ਆਟੋਮੈਟਿਕ ਜਿਹੜਾ ਵਿਊਜ਼ ਨੇ ਉਹ ਬੰਦ ਹੋ ਜਾਂਦੇ ਨੇ। ਕਿਹਦੇ ਕਿਹਦੇ ਨਾਲ ਇਹ ਮਸਲਾ ਸਿਰਫ ਮੇਰੇ ਨਾਲ ਹੈ ਕਿ ਸਾਰਿਆਂ ਨਾਲ ਹੀ ਹੈ, ਠੀਕ ਹੈ। ਮੇਰੇ ਜਦ ਮੈਂ ਥੋੜਾ ਜਿਹਾ ਇਨਵੈਸਟੀਗੇਟ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਇਹ ਜਿਹੜਾ ਨਾ ਉਹ ਤਕਰੀਬਨ 80-90 ਲੱਖ ਅਕਾਊਂਟ ਨੇ ਸਿਰਫ ਪਾਕਿਸਤਾਨ ਦੇ, ਜਿਹੜੇ ਕਿ 10,000 ਤੱਕ ਦੇ ਸਬਸਕ੍ਰਾਈਬਰਸ ਤੋਂ ਘੱਟ ਨੇ। 10,000 ਤੱਕ ਸਬਸਕ੍ਰਾਈਬਰਸ ਨੇ ਜਿਨ੍ਹਾਂ ਦੇ, ਉਹਨਾਂ ਨਾਲ ਇਹ ਪ੍ਰੋਬਲਮ ਆਉਂਦੀ ਹੈ ਪਈ ਕਿ ਉਹਨਾਂ ਦੇ ਵਿਊਜ਼ ਜਿਹੜਾ ਨਾ ਉਹ ਇੱਕ ਜਗ੍ਹਾ ਤੇ ਆ ਕੇ ਰੁਕ ਜਾਂਦੇ ਨੇ, ਸਬਸਕ੍ਰਾਈਬਰ ਰੁਕ ਜਾਂਦੇ ਨੇ, ਲਾਈਕਸ ਸਾਰੇ ਕੋਈ ਵੇਖੇਗਾ ਨਹੀਂ ਤਾਂ ਲਾਈਕ ਕਿਉਂ ਕਰੇਗਾ। ਤੇ ਇਸੇ ਚੀਜ਼ ਨੂੰ ਐਡਰੈਸ ਕਰਨ ਵਾਸਤੇ ਇੱਕ ਮੇਰੇ ਵਾਸਤੇ ਬੜੀ ਫਿਕਰ ਦੀ ਗੱਲ ਹੈ ਕਿ ਤੁਹਾਡੇ ਵਾਸਤੇ ਵੀ ਫਿਕਰ ਦੀ ਗੱਲ ਹੈ। ਤੇ ਫਿਰ ਜਿਹੜਾ ਸਾਡੀ ਫਿਕਰ ਸਾਂਝੀ ਹੋ ਗਈ। ਤੇ ਜਦੋਂ ਫਿਕਰ ਸਾਂਝੀ ਹੋ ਜਾਏ ਤੇ ਫਿਰ ਉਹਦਾ ਕੋਈ ਹੱਲ ਵੀ ਸਾਂਝਾ ਨਿਕਲ ਸਕਦਾ, ਠੀਕ ਹੈ। ਵੱਡਿਆਂ ਬਜ਼ੁਰਗਾਂ ਕੋਲੋਂ ਵੀ ਇਹ ਸੁਣਿਆ ਤੇ ਜ਼ਿੰਦਗੀ ਦਾ ਵੀ ਐਕਸਪੀਰੀਅੰਸ ਇਹੀ ਆਉਂਦਾ ਪਿਆ ਕਿ ਜਦੋਂ ਜਿਹੜਾ ਕੰਮ ਇਕੱਲੇ ਬੰਦੇ ਕੋਲੋਂ ਨਹੀਂ ਹੋ ਸਕਦਾ ਉਹ ਜ਼ਿਆਦਾ ਰਲ ਕੇ ਕਰ ਲੈਂਦੇ ਨੇ। ਤੇ ਇਸ ਚੀਜ਼ ਤੇ ਥੋੜਾ ਜਿਹਾ ਫੋਕਸ ਕਰਨਾ ਚਾਹੀਦਾ ਹੈ। ਮੇਰੇ ਖਿਆਲ ਦੇ ਵਿੱਚ ਸਾਨੂੰ ਸਾਰੇ ਯੂਟਿਊਬਰਸ ਨੂੰ ਇਸ ਚੀਜ਼ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਆਪਸ ਦੇ ਵਿੱਚ ਜਿਹੜਾ ਕੰਮ ਇਕੱਲੇ ਅਸੀਂ ਨਹੀਂ ਕਰ ਪਾਉਂਦੇ ਨਾ ਪਏ। ਮੈਂ ਇਕੱਲਾ ਲੱਗਾ ਤਕਰੀਬਨ 3-4 ਮਹੀਨੇ ਤਾਂ ਹੋ ਗਏ ਨਾ, ਹੁਣ ਜੁਲਾਈ, ਅਗਸਤ, ਦਸੰਬਰ ਆ ਗਿਆ, ਮੈਂ ਇਕੱਲਾ ਲੱਗਾ ਵਾਂ ਕਿ ਕਿਸੇ ਤਰੀਕੇ ਨਾਲ ਯਾਰ ਜਿਹੜਾ ਨਾ ਉਹ ਲੋਕਾਂ ਨੂੰ ਕੋਈ ਗੱਲ ਇਸ ਤਰ੍ਹਾਂ ਦੀ ਕਰੀਏ ਜਿਹੜੀ ਉਹਨਾਂ ਨੂੰ ਪਸੰਦ ਆ ਜਾਵੇ ਤੇ ਇਹਦਾ ਕੋਈ ਹੱਲ ਕੱਢੀਏ। ਤੇ ਮੇਰਾ ਬੇਸਿਕ ਚੈਨਲ ਜਿਹੜਾ ਉਹ ਟੈਕ ਤੋਂ ਰਿਲੇਟਡ ਨਹੀਂ ਹੈ। ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਜਨਾਬ ਜਿਹੜਾ ਨਾ ਉਹ YouTube ਦੇ ਚੈਨਲ ਨੂੰ ਕਿਸ ਤਰੀਕੇ ਨਾਲ ਗਰੋ ਕੀਤਾ ਜਾ ਸਕਦਾ ਹੈ, ਲੇਕਿਨ ਮੈਂ ਇਹ ਦੱਸਣਾ ਜ਼ਰੂਰ ਚਾਹੁੰਦਾ ਮੇਰੀ ਜ਼ਰੂਰਤ ਹੈ
ਕਿ ਮੇਰਾ ਚੈਨਲ ਜਿਹੜਾ ਨਾ ਇਹ ਸਟੇਜ ਤੇ ਪਹੁੰਚੇ ਕਿ ਉਹ ਪਹਿਲੇ ਨੰਬਰ ਤੇ ਇੰਨੇ ਸਬਸਕ੍ਰਾਈਬਰ ਆ ਜਾਣ ਕਿ ਮੋਨੇਟਾਈਜ਼ ਹੋ ਜਾਏ, ਤੇ ਦੂਜੇ ਨੰਬਰ ਤੇ ਫਿਰ ਜਿਹੜਾ ਨਾ ਉਹ ਇਸ ਕਾਬਲ ਹੋ ਜਾਵੇ ਕਿ ਉਹਦੇ ਤੇ ਕੁਝ ਅਰਨਿੰਗ ਆਉਣ ਲੱਗ ਪਏ, ਤਾਂ ਕਿ ਮੈਂ ਫਿਰ ਜਿਹੜਾ ਨਾ ਉਹ ਜਿਹੜੀ ਅਰਨਿੰਗ ਆਏ ਉਹਦੇ ਚੋਂ ਕੁਝ ਪੈਸੇ ਜਿਹੜਾ ਨਾ ਉਹਦੇ ਤੇ ਲਾ ਕੇ ਤੇ ਆਪਣੇ ਚੈਨਲ ਨੂੰ ਜਿਹੜਾ ਨਾ ਉਹ ਵੀਡੀਓ ਤੇ ਥੋੜਾ ਜਿਹਾ ਹੋਰ ਇਕਵਿਪਮੈਂਟ ਲਾਈਏ ਔਰ ਉਹਨੂੰ ਥੋੜਾ ਜਿਹਾ ਬਿਹਤਰ ਕਰਨ ਦੀ ਕੋਸ਼ਿਸ਼ ਕਰੀਏ। ਤੇ ਇਹ ਚੀਜ਼ਾਂ ਜਿਹੜੀਆਂ ਨਾ ਉਹ ਮੈਨੇਜ ਕਰਨ ਵਾਸਤੇ WhatsApp ਦੇ ਉੱਤੇ ਇੱਕ ਗਰੁੱਪ ਬਣਾਇਆ ਹੋਵੇ ਜਿਹਦਾ ਨਾਮ ਹੈ ਕ੍ਰੀਏਟਰਸ ਸਰਕਲ। ਠੀਕ ਹੈ, ਕ੍ਰੀਏਟਰ ਸਰਕਲ ਦਾ ਮਤਲਬ ਇਹ ਵੇ ਕਿ ਉਹਦਾ ਤੁਸੀਂ ਮੋਨੋਗ੍ਰਾਮ ਵੇਖੋਗੇ ਨਾ ਤੁਹਾਨੂੰ ਤਾਂ ਪਤਾ ਲੱਗ ਜਾਏਗਾ ਕਿ YouTube ਤੇ ਤੁਹਾਨੂੰ ਜਾਣ ਵਾਸਤੇ ਜਿਹੜਾ ਨਾ ਉਹ ਤਰੱਕੀ ਕਰਨ ਵਾਸਤੇ ਜਾਂ ਗਰੋ ਕਰਨ ਵਾਸਤੇ ਇਹ ਚੈਨਲ ਦੀ ਆੜ ਲਈ ਗਈ ਹੈ, ਇਸ ਚੈਨਲ ਨੂੰ ਬਣਾਇਆ ਗਿਆ ਹੈ ਤਾਂ ਕਿ ਜਿਹੜਾ ਨਾ ਉਹ ਅਸੀਂ ਸਾਰੇ ਰਲ ਕੇ ਕੋਈ ਇਸ ਤਰ੍ਹਾਂ ਦੀ ਸਟ੍ਰੈਟਜੀ ਬਣਾ ਲਈਏ ਨਾ ਕਿ ਜਿਹਦੇ ਨਾਲ ਜਿਹੜਾ ਨਾ ਉਹ ਸਾਰਿਆਂ ਦਾ ਭਲਾ ਹੋ ਜਾਵੇ। ਤੇ ਇਸ ਭਲਾ ਕਰਨ ਵਾਸਤੇ ਜਿਹੜਾ ਜਿਹੜਾ ਬੰਦਾ ਵੀ ਤਿਆਰ ਹੈ ਉਹ ਸਾਰੇ ਇਸ ਗਰੁੱਪ ਦੇ ਵਿੱਚ ਆ ਜਾਓ। ਠੀਕ ਹੈ, ਨਹੀਂ ਤੇ ਮਿਨੀਮਮ ਇਹ ਕਰ ਸਕਦੇ ਹੋ ਕਿ ਅੱਜ ਜਿਹੜਾ ਨਾ ਉਹ ਮੇਰੇ ਚੈਨਲ ਨੂੰ ਜਿਹੜਾ ਨਾ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿਓ। ਚਲੋ ਵੇਖੋਗੇ ਤੇ ਕ੍ਰਿਟੀਸਾਈਜ਼ ਕਰੋਗੇ ਨਾ, ਠੀਕ ਹੈ, ਤੇ ਜਦੋਂ ਵੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਮੇਰੇ ਚੈਨਲ ਦੇ ਅੰਦਰ ਕੋਈ ਆਵਾਜ਼ ਸਹੀ ਨਹੀਂ ਆਉਣ ਡਈ ਜਾਂ ਜਿਹੜਾ ਨਾ ਉਹ ਤਸਵੀਰਾਂ ਹਿਲਦੀਆਂ ਨੇ ਪਈਆਂ, ਕੋਈ ਉਹਦਾ ਸੋਲੂਸ਼ਨ ਕਰੀਏ ਫਿਰ। ਤੇ ਜੇ ਅਸੀਂ ਇਸੇ ਤਰੀਕੇ ਨਾਲ ਜਿਹੜਾ ਨਾ ਉਹ ਕੱਲੇ ਕੋਸ਼ਿਸ਼ ਕਰਦੇ ਰਹੇ ਤੇ ਫਿਰ ਕਿਸੇ ਕੋਲੋਂ ਵੀ ਨਹੀਂ ਜਿੱਤਿਆ ਜਾਣਾ। ਇਹ ਜਿਹੜੇ ਮੈਂ ਦੱਸਿਆ ਕੋਈ 70-80 ਲੱਖ ਚੈਨਲ ਨੇ, ਇਹ ਸਾਰੇ ਜਿਹੜਾ ਨਾ ਉਹ ਸਟਰਗਲ ਕਰਦੇ ਰਹਿਣਗੇ ਔਰ ਪਰੇਸ਼ਾਨ ਰਹਿਣਗੇ ਔਰ ਉਹਦੇ ਚੋਂ ਇੱਕ ਦੋ ਜਿਹੜਾ ਨਾ ਜਿਹੜੇ ਦੱਸਣਗੇ ਕਿ ਇਸ ਪਰੇਸ਼ਾਨੀ ਚੋਂ ਕਿਸ ਤਰ੍ਹਾਂ ਨਿਕਲ ਸਕਦੇ ਆ। ਔਰ ਅਸੀਂ ਸਾਰੇ ਲੱਗੇ ਆ ਇਹੀ ਵੇਖਣ ਲੱਗੇ ਆ ਕਿ ਜਨਾਬ ਜਿਹੜਾ ਨਾ ਉਹ ਚੈਨਲ ਨੂੰ ਗਰੋ ਕਰਨ ਦਾ ਤਰੀਕਾ ਕੀ ਹੈ।